ਤੇ ਇੱਕ ਰਾਤ ਨੂੰ ਕਰੀਬਨ 9-10 ਵਜੇ ਕਰੀਬ ਇੱਕ ਲੜਕਾ ਮੈਨੂੰ ਫੋਲੋ ਕਰਦਾ ਆ ਰਿਹਾ ਸੀਗਾ ਤੇ ਮੈਨੂੰ ਉਹਨੇ ਰੋਕਿਆ, ਕਹਿੰਦੇ ਤੇਰੇ ਕੋਲ ਮਾਚਿਸ ਹੈਗੀ? ਮੈਂ ਕਿਹਾ ਨਹੀਂ, ਮੈਂ ਤਾਂ ਸਿਗਰਟ ਨਹੀਂ ਪੀਂਦੀ ਹਾਂ। ਤੇ ਉਹਨੇ ਮੈਨੂੰ ਦੁਬਾਰਾ ਰੋਕਣ ਦੀ ਕੋਸ਼ਿਸ਼ ਕੀਤੀ, ਕਹਿੰਦਾ ਯਾਰ ਤੁਸੀਂ ਇੱਥੇ ਤੋਂ ਹੋ ਚੰਡੀਗੜ੍ਹ? ਮੈਂ ਕਿਹਾ ਹਾਂਜੀ। ਕਹਿੰਦੇ ਮੈਨੂੰ ਚੰਡੀਗੜ੍ਹ ਬਾਰੇ ਪੁੱਛਣ ਲੱਗਿਆ, ਕਹਿੰਦੇ ਮੈਮ तो हरियाणा से आए हैं, ऐसा ऐसा तो ਗੱਲਾਂ 'ਚ उलझा लिया ਮੈਨੂੰ। कहते आप चंडीगढ़ के बारे में अच्छे जानते हो, हमें थोड़ा घुमा लो। मैं कहा मैं तो लेट हो गई हूँ, मैं मुझे घर जाना है। कहता थोड़ी देर के लिए 10-15 मिनट हम लोग गेड़ी लगाते हैं, आपको पता है गेड़ी रूट है ना, थोड़ा गेड़ी लगा के फिर आपको छोड़ देंगे। मैं कहा नहीं, मुझे जाना है। थोड़ा उन्हें ਪ੍ਰੈਸ਼ਰਾਈਜ਼ ਕੀਤਾ ਮੈਨੂੰ। ਸੋ ਮੈਂ ਕਿਹਾ ਚੱਲ ਠੀਕ ਹੈ, 10-15 ਮਿੰਟ ਮੈਨੂੰ ਉਤਾਰ ਦਿਓ ਉੱਥੇ ਹੀ ਨੀਲਮ ਦੇ ਪਿੱਛੇ, ਨੀਲਮ ਸਿਨੇਮਾ ਦੇ ਪਿੱਛੇ ਉਤਾਰ ਦੇਣ। ਉਹ ਮੈਨੂੰ ਲੈ ਕੇ ਗਏ, ਇੱਕ ਮੁੰਡਾ ਹੋਰ ਸੀ ਉਹਦੇ ਨਾਲ ਮਾਰੂਤੀ ਕਾਰ ਵਿੱਚ, ਜਿਹੜਾ ਕਿ ਪਹਿਲੇ ਮਾਰੂਤੀ ਕਾਰ 'ਚ ਹੀ ਬੈਠਿਆ ਸੀਗਾ। ਮੈਨੂੰ ਲੈ ਕੇ ਗਿਆ। ਫਿਰ ਮੈਂ ਕਿਹਾ ਚੱਲ ਕੋਈ ਨਾ, ਮੈਨੂੰ ਇੰਨਾ ਉਹ ਦਿਮਾਗ 'ਚ ਸੀਗਾ ਨਹੀਂ ਕਿ ਵੀ ਇਹ ਵੀ ਮੇਰੇ ਨਾਲ ਇੱਦਾਂ ਦਾ ਕਰਨਗੇ, ਕੁਛ ਗੜਬੜ ਕਰਨਗੇ। ਅਤੇ ਮੈਨੂੰ ਘੁਮਾਉਣ ਲੱਗੇ ਐਂਡ ਅਚਾਨਕ 10 ਕੁ ਮਿੰਟ ਬਾਅਦ ਜਦੋਂ ਮੈਂ ਕਿਹਾ ਕਿ ਮੈਨੂੰ ਉਤਾਰ ਦਿਓ, ਕਿਉਂਕਿ ਉਹ ਵਾਪਸ ਆ ਹੀ ਨਹੀਂ ਰਹੇ ਸੀ। ਮੈਨੇ ਕਿਹਾ ਉਤਾਰ ਦਿਓ, ਮੇਰੀ ਸਾਈਕਲ ਖੜੀ ਹੈ ਨੀਲਮ ਸਿਨੇਮਾ ਦੇ ਬੈਕ ਸਾਈਡ 'ਤੇ, ਮੈਂ ਜਾਣਾ ਘਰ। ਸੋ ਉਹਨਾਂ ਨੇ ਉਤਾਰਿਆ ਨਹੀਂ, ਉਹਦੇ ਕੋਲ ਪਿਸਟਲ ਸੀਗੀ। ਉਹਨੇ ਮੇਰੀ ਕਮਰ 'ਚ ਲਗਾਈ, ਕਹਿੰਦਾ ਜੇ ਤੂੰ ਮਤਲਬ ਬੋਲਿਆ ਕੁਛ ਵੀ ਤਾਂ ਤੈਨੂੰ ਉਡਾ ਦਾਂਗੇ। ਸੋ ਮੇਰਾ ਤਾਂ ਮੈਂ ਇੱਕਦਮ ਸੱਟੀ ਵੱਟੀ ਗੁੱਲ ਹੋ ਗਈ। ਐਂਡ ਆਈ ਨਿਊ ਦੈਟ ਮੇਰੇ ਨਾਲ ਦੇ ਕੁਛ ਟਰਾਂਸਜੈਂਡਰ ਦਾ ਮਰਡਰ ਹੋਇਆ ਸੀਗਾ, ਹੈ ਨਾ, ਕੁਛ ਸਾਲਾਂ ਪਹਿਲੇ। ਐਂਡ ਟਰਾਂਸ ਲੋਕਾਂ ਦਾ ਮਰਡਰ ਈਜ਼ੀਲੀ ਹੋ ਜਾਂਦਾ ਹੈ ਨਾ, ਲੋਕ ਕਿਉਂਕਿ ਕੋਈ ਉਹਨਾਂ ਦਾ ਪੁੱਛਣ ਵਾਲਾ ਹੁੰਦਾ ਨਹੀਂ, ਕੋਈ ਇਨਵੈਸਟੀਗੇਸ਼ਨ ਨਹੀਂ ਹੁੰਦੀ, ਕੋਈ ਲਵਾਰਿਸ ਲਾਸ਼ ਸਮਝ ਕੇ ਉਹਨਾਂ ਨੂੰ ਉੱਦਾਂ ਹੀ ਸੰਸਕਾਰ ਹੋ ਜਾਂਦੇ। ਪੇਰੈਂਟਸ ਨਾਲ ਹੁੰਦੇ ਤਾਂ ਚਲੋ ਬੱਚੇ ਦਾ ਕੋਈ ਖਬਰ ਵੀ ਕਰਨ ਜਿੰਨਾ, ਬਟ ਜਿਹੜੇ ਲਵਾਰਿਸ ਹੈ, ਲਵਾਰਿਸ ਹੀ ਅਸੀਂ, ਹੈ ਨਾ, ਸਾਡਾ ਕੋਈ ਖਬਰ ਕਰਨ ਵਾਲਾ ਤਾਂ ਹੈ ਨਹੀਂ। ਸੋ ਮੈਨੂੰ ਇਹ ਸੀਗਾ ਕਿ ਇਹ ਵੀ ਮੈਨੂੰ ਉਸੇ ਤਰ੍ਹਾਂ ਮਾਰ ਨਾ ਦੇਣ, ਹੈ ਨਾ। ਮੈਂ ਚੁੱਪਚਾਪ, ਮੈਂ ਕਿਹਾ ਆਪਣੇ ਆਪ ਨੂੰ ਸੋਚਿਆ ਕਿ ਚਲੋ ਹੁਣ ਤਾਂ ਡੋਰ ਮੇਰੀ ਪਰਮਾਤਮਾ ਹੱਥ ਹੀ ਹੈ, ਜੇ ਬਚ ਗਈ ਤਾਂ ਠੀਕ ਹੈ, ਨਹੀਂ ਤਾਂ ਖਤਮ, ਹੈ ਨਾ। ਉਹ ਮੈਨੂੰ ਕਿਤੇ ਅੰਬਾਲਾ ਜਾ ਕੇ ਮੈਨੂੰ ਲੈ ਕੇ ਗਏ। ਅੰਬਾਲਾ ਕਿਸੇ ਮਤਲਬ PG ਸੀਗਾ ਜਿਹਦੇ ਵਿੱਚ 20 ਮੁੰਡੇ ਸੀਗੇ। 20 ਮੁੰਡਿਆਂ ਨੇ ਪੂਰੀ ਰਾਤ ਮੇਰੇ ਨਾਲ ਰੇਪ ਕੀਤਾ ਐਂਡ ਸਵੇਰੇ 4-5 ਵਜੇ ਦੇ, ਸਰਦੀਆਂ ਦੀ ਗੱਲ ਸੀ, ਸਵੇਰੇ 4-5 ਦੇ ਵਿੱਚ ਉਹਨਾਂ ਨੇ ਮੈਨੂੰ ਅੰਬਾਲਾ ਰੇਲਵੇ ਸਟੇਸ਼ਨ ਕੈਂਟ ਵਿੱਚ ਉੱਥੇ ਬਾਹਰ ਛੱਡ ਕੇ ਚਲੇ ਗਏ। ਐਂਡ ਮੈਂ ਕਾਫੀ ਦੇਰ ਉੱਥੇ ਬੈਠੀ ਰਹੀ, ਕਿਉਂਕਿ ਮੇਰੇ ਤੋਂ ਚਲੇ ਨਹੀਂ ਜਾ ਰਿਹਾ ਸੀਗਾ, ਮੇਰੇ ਕੋਲ ਪੈਸੇ ਨਹੀਂ ਸੀਗੇ ਬੱਸ ਦੇ ਕਿਰਾਏ ਵਾਸਤੇ। ਅਤੇ ਮੈਂ ਕਾਫੀ ਦੇਰ ਉੱਥੇ ਬੈਠੀ ਰਹੀ, ਸੋਚਦੀ ਰਹੀ ਕਿਵੇਂ ਚੱਲਾਂ, ਕਿਵੇਂ ਜਾਵਾਂ। ਕੋਈ ਲਿਫਟ ਨਹੀਂ ਦੇ ਰਿਹਾ ਸੀ ਮੈਨੂੰ। ਸੋ ਇੱਕ ਬੱਸ ਆਈ ਹਰਿਆਣਾ ਰੋਡਵੇਜ਼ ਦੀ, ਮੈਂ ਉਹਦੇ ਵਿੱਚ ਬੈਠੀ ਕੋਸ਼ਿਸ਼ ਕਰਕੇ, ਮਤਲਬ ਉੱਠ ਕੇ ਬੈਠ ਗਈ ਲਾਸਟ ਜਿਹੜੀ ਸੀਟ ਸੀ ਉਹਨਾਂ ਦੇ ਵਿੱਚ। ਅਤੇ ਕੰਡਕਟਰ ਆਇਆ, ਉਹਨੇ ਮੇਰੇ ਕੋਲ ਟਿਕਟ ਦੇ ਪੈਸੇ ਮੰਗੇ ਐਂਡ ਸਡਨਲੀ ਆਈ ਵਾਜ਼ ਕ੍ਰਾਈੰਗ। ਮੇਰੀ ਅੱਖਾਂ 'ਚ ਆਂਸੂ ਸੀਗੇ ਐਂਡ ਉਹਨੇ ਕਿਹਾ ਕੀ ਹੋਇਆ? ਮੈਂ ਕਿਹਾ ਮੇਰਾ ਪਰਸ ਖੋ ਗਿਆ ਹੈ। ਸੋ ਜਦੋਂ ਗੱਲਾਂ ਬਾਤਾਂ 'ਚ ਉਹਨੂੰ ਮੈਨੂੰ ਇਹ ਨਾ ਹੀ ਜੱਜਡ ਮੀ, ਉਹਨੇ ਮੈਨੂੰ ਜੱਜ ਕੀਤਾ ਕਿ ਇਹ ਬੜਾ ਸੌਫਟ ਪਰਸਨ ਹੈ। ਐਂਡ ਉਹਨੇ ਮੇਰਾ ਹੱਥ ਪਕੜਿਆ, ਮੇਰੇ ਅੱਖਾਂ 'ਚ ਮਤਲਬ ਹੰਝੂ ਆ ਰਹੇ ਸੀਗੇ ਅਤੇ ਉਹਨੇ ਮੇਰਾ ਹੱਥ ਪਕੜਿਆ ਐਂਡ ਮਸਲਣਾ ਸ਼ੁਰੂ ਕੀਤਾ। ਫਿਰ ਉਹਨੇ ਮੇਰਾ ਹੱਥ ਉਠਾ ਕੇ ਆਪਣੇ ਥਾਈਸ 'ਚ ਰੱਖ ਲਿਆ। ਕਹਿੰਦਾ ਕੋਈ ਬਾਤ ਨਹੀਂ, ਤੁਮ टेंशन मत लो, अगर कोई बात होगी तो मैं टिकट अपने पैसे से दे दूँ, अपने पॉकेट से दे दूँ। एंड ਉਹਨੇ ਕਿਹਾ ਕਿ ਥੋੜ੍ਹੀ ਦੇਰ ਬਾਅਦ, ਅੱਧਾ ਕੁ ਘੰਟੇ ਬਾਅਦ, ਹੈ ਨਾ, 15-20 ਮਿੰਟ, ਅੱਧੇ ਘੰਟੇ ਬਾਅਦ ਕਹੇਗਾ ਮੇਰੇ ਸਾਥ ਚਲੇਗਾ। मैंने कहा ਅਗਰ ਜੇ ਮੈਨੂੰ ਕਿਹਾ ਕਿ ਨੋ, ਮੈਂ ਸਮਝ ਗਈ ਸੀ ਮਤਲਬ ਉਹਦੀ ਹਰਕਤ ਨਾਲ, ਹੈ ਨਾ, ਇੰਟੈਂਸ਼ਨ ਕੀ ਹੈ। ਮੈਂ ਕਿਹਾ ਜੇ ਮੈਂ ਇਹਨੂੰ ਨੋ ਕਹਿੰਦੇ, ਮੈਨੂੰ ਉੱਥੇ ਉਤਾਰ ਦੇਣਾ, ਲਾਲੜੂ ਜਾਂ ਉੱਥੇ ਉਤਾਰ ਦੇਣਾ ਦੱਪੜ ਕੋਲ। ਸੋ ਮੈਂ ਫਿਰ ਕਿਹਾ ਕਿ ਠੀਕ ਹੈ, ਮੈਂ ਚੱਲਾਂਗੀ ਤੇਰੇ ਨਾਲ। ਮੇਰਾ ਜਿਹੜਾ ਡੈਸਟੀਨੇਸ਼ਨ ਸੀ ਚੰਡੀਗੜ੍ਹ ਪਹੁੰਚਣਾ ਸੀਗਾ, ਮੈਨੂੰ ਏਮ ਸੀਗਾ ਮੈਂ ਚੰਡੀਗੜ੍ਹ ਪਹੁੰਚਣਾ। सेक्टर 17 पहुँची बस। से उन्होंने मैंने उतारा, कहता मैं अभी 5 मिनट में आया, तुम यहीं बैठो, मैं अपना हिसाब किताब जमा करके मैं फिर मेरे कमरे पे चलना। मैं कहा ठीक है। ਜਦੋਂ ਉਹ ਚਲੇ ਗਿਆ ਅਤੇ ਫਿਰ ਮੈਂ ਉੱਥੋਂ ਦੇਖਿਆ ਵੀ ਕੋਈ ਹੈ ਨਹੀਂ, ਮੈਂ ਫਟਾਫਟ ਉੱਥੋਂ ਦੀ ਲੰਗੜਾਉਂਦੇ ਹੋਏ ਚਲੇ ਗਈ ਐਂਡ ਸੈਕਟਰ 17 'ਚ ਪੁਲਿਸ ਸਟੇਸ਼ਨ ਹੈਗਾ, ਉੱਥੇ ਚਲੇ ਗਈ।
ਪੁਲਿਸ ਸਟੇਸ਼ਨ 'ਚ ਗਈ ਅਤੇ ਮੈਂ ਪੁਲਿਸ ਜਿਹੜਾ ਮੁਨਸ਼ੀ ਸੀ ਉਹਨੂੰ ਅੰਦਰ ਉਹਨੇ ਭੇਜਿਆ ਮੈਨੂੰ ਕੰਪਲੇਂਟ ਲਿਖਵਾਉਣ ਵਾਸਤੇ। ਅਤੇ ਉਹਨਾਂ ਨੇ ਪੁੱਛਿਆ ਵੀ ਕੀ ਗੱਲ ਹੈ। ਮੈਂ ਕਿਹਾ ਮੇਰੇ ਨਾਲ ਮਤਲਬ ਰੇਪ ਹੋਇਆ, ਗੈਂਗ ਰੇਪ। ਸੋ ਉਹਨਾਂ ਨੇ ਫਿਰ ਇੱਕ ਮੈਨੂੰ ਕਮਰੇ 'ਚ ਲੈ ਕੇ ਗਏ। ਕਮਰੇ 'ਚ ਕਾਫੀ ਸਾਰੇ ਸਵਾਲ ਕੀਤੇ, ਅਲੱਗ-ਅਲੱਗ ਤਰ੍ਹਾਂ ਦੇ ਅਜੀਬ ਸਵਾਲ। ਜੀ। ਐਂਡ ਉਹਨਾਂ ਨੇ ਕਿਹਾ ਕਿ ਵੀ ਤੂੰ ਗਿਆ ਕਿਉਂ ਉੱਥੇ, ਹੈ ਨਾ, ਤੈਨੂੰ ਜਾਣਾ ਨਹੀਂ ਚਾਹੀਦਾ ਸੀ। ਐਂਡ ਕਿਸ ਤਰ੍ਹਾਂ ਕੀਤਾ ਉਹਨਾਂ, ਕਿਉਂ ਕੀਤਾ, ਕਿੰਨੇ ਮੁੰਡੇ ਸੀਗੇ। ਫਾਈਨਲੀ ਜਦੋਂ ਉਹਨਾਂ ਨੇ ਸਾਰੀ ਗੱਲਾਂ ਪੁੱਛੀਆਂ, ਕਹਿੰਦੇ ਸਾਡੇ ਕੋਲ ਤਾਂ ਇੱਕ ਕੇਸ ਰਜਿਸਟਰਡ ਨਹੀਂ ਹੋਣਾ, ਇਹ ਅੰਬਾਲਾ 'ਤੇ ਕੇਸ ਹੈ, ਤੂੰ ਅੰਬਾਲਾ ਹੀ ਜਾ। ਸੋ ਉਹਨਾਂ ਨੇ ਡਰਾ ਧਮਕਾ ਕੇ ਕਹਿੰਦੇ ਵੀ ਕੇਸ ਜੇ ਹੋਇਆ ਇੱਥੇ ਅਤੇ ਤੇਰੇ ਉੱਪਰ ਵੀ ਕੇਸ ਪਿਆ ਹੈ, ਕਿਉਂਕਿ 377 ਧਾਰਾ ਜਿਹੜੀ ਹੈ ਉਹ ਤੇਰੇ ਉੱਪਰ ਵੀ ਲੱਗੀ 377। ਹਾਲਾਂਕਿ 377 ਜਿਹੜੀ ਹੈ ਉਹ 2018 'ਚ ਜਾ ਕੇ ਅਮੈਂਡਮੈਂਟ ਹੋਈ ਹੈ ਸੁਪਰੀਮ ਕੋਰਟ ਵੱਲੋਂ। ਸੋ ਉਸ ਟਾਈਮ ਜਿਹੜੇ ਸੀ 2002 ਵਿੱਚ ਵੀ ਉਹਨਾਂ ਨੇ ਡਰਾ ਧਮਕਾ ਕੇ ਮੈਨੂੰ ਉੱਥੋਂ ਭੇਜ ਦਿੱਤਾ। ਸੋ ਮੈਂ ਕਿਹਾ ਵੀ ਮੈਂ ਤਾਂ ਅੰਦਰੋਂ ਹੀ ਸੋਚਿਆ ਵੀ ਨਹੀਂ, ਮੈਂ ਤਾਂ ਕੰਪਲੇਂਟ ਨਹੀਂ ਲਿਖਾਣੀ, ਕਿਉਂਕਿ ਇਹਦਾ ਖੁਦ ਦਰਿੰਦੇ ਹੈ। ਜੀ। ਉੱਥੋਂ ਨਿਕਲੀ ਫਿਰ ਬਹੁਤ ਜ਼ਿਆਦਾ ਡਿਪਰੈਸ਼ਨ, ਦੁਬਾਰਾ ਮੈਂ ਇੰਨਾ ਡਿਪਰੈਸ਼ਨ ਚਲੀ ਗਈ। ਡਿਪਰੈਸ਼ਨ 'ਚ ਰਹਿ ਕੇ ਮਤਲਬ ਮੇਰਾ ਇੰਨਾ ਹੋ ਗਿਆ ਕਿ ਮੈਂ ਹੁਣ ਆਪਣੇ ਆਪ ਨੂੰ ਬਿਲਕੁਲ ਫਾਈਨਲੀ ਆਪਣੇ ਆਪ ਨੂੰ ਖ਼ਤਮ ਕਰਨਾ। ਆਈ ਬੋਰਨ ਇਨ ਰਾਈਟ ਜੈਂਡਰ ਬਟ ਇਨ ਰੋਂਗ ਵਰਲਡ। ਮੈਂ ਗਲਤ ਸੰਸਾਰ 'ਚ ਪੈਦਾ ਹੋ ਗਈ ਜਿੱਥੇ ਐਕਸੈਪਟੈਂਸ ਹੀ ਨਹੀਂ ਹੈਗਾ, ਹੈ ਨਾ। ਇਸ ਤਰ੍ਹਾਂ ਦੇ ਦਰਿੰਦੇ ਹੈਗੇ ਚਾਰੋਂ ਪਾਸੇ। ਸੋ ਕੋਈ ਜ਼ਰੀਆ ਨਹੀਂ, ਨਾ ਪੜ੍ਹਾਈ ਹੋ ਸਕੀ ਪੂਰੀ, ਨਾ ਜੋਬ ਮਿਲੀ। ਸੌਰੀ ਮੈਂ ਇੰਟਰਪਟ ਕਰ ਰਿਹਾ ਹਾਂ, ਤਾਂ ਫੈਮਿਲੀ ਸਪੋਰਟ ਸੀ ਮੈਮ? ਨਹੀਂ, ਫੈਮਿਲੀ ਸਪੋਰਟ ਕਦੋਂ ਖਤਮ ਹੋ ਗਈ ਸੀ? ਫੈਮਿਲੀ ਸਪੋਰਟ ਤਾਂ 1994-5 'ਚ ਖਤਮ ਹੋ ਗਈ।